बिल्कुल जी, मैं तो इत्ते ही जींदा वा। खत्म हुन अकाउंट तो जीरो हो गए, घर च राशन है नहीं गा, तो फिर या फिर कहीं मर जाइए, उतना ही मर जाइए यार। करोना ही तो छड्डो यार, उतना ही मर गए। सर जी आंकड़िਆਂ ਨੂੰ ਛੱਡੋ, चिंता ਤੇ चिता 'ਚ बिंदी ਦਾ फर्क है। पहला ही चिंता लाती नाले रोटी खाण ਨੂੰ ਤੇ है नहीं। कसरत करोगे इम्यूनिटी ਵਧੇਗੀ। ਹੁਣ ਜਾਂ मैं कसरत करके पैग ला ਲਾਂ फिर इम्यूनिटी ਵਧੂਗੀ, ਉਹ ਘਰੇ ਬੈਠੇ ਪੈਗ ਲਾਵਾਂ ਫਿਰ ਮੇਰੀ ਵੱਜ ਜੂਗੀ। फैसला सरकार ਲੈਂਦੀ है, ਸਾਡੇ ਲੋਕਾਂ ਲਈ ਅੱਛਾ ਲੈਂਦੀ है, पर किस बेस ਤੇ फैसला ਲੈਂਦੇ? ਮੈਡੀਕਲ ਸਾਇੰਸ ਦੇ बेस ਤੇ ਲਈ ਹੈ, ਕਿਹਦੇ बेस ਤੇ ਲਈ है? सर ठेके खोलन ते सरकार ने की सोच के खोल ले? वो 24 घंटे खुले हैं, क्या बात। डोर टू डोर सर्विस दिओ और सानू लगे साडे माँ प्यो जिंदा ने जिन्होंने सरकार कहा जाता। कौन मेरे बच्चों की फीस भरूगा? कौन मेरे नाल साथियों को तनख्वाह दूगा? कौन बिजली पानी टैक्स टुक्स कुछ भी नहीं घटिया पिछले साल। अज तक मैं अखां 'च गम छुपा के बैठा कि मेरे बच्चों की स्कूल की फीस नहीं जमा हुई। साडी लोकल बॉडीज़ ने जिहड़ा टैक्स लगाया सी ना एक छोटी दुकानदार दे उत्ते, वो टैक्स दे भी 10% फाइन लगा जे, और उस टैक्स नूं पे करन 22 मार्च नूं लगा सी। ते जे मान लो 22 मार्च 600 रुपया टैक्स है ना, तो उहते 10% फाइन भर के जमा होया जे हर किसे दा। उहदे बगैर नहीं जे होया। मैनूं दसो। और उन्हां कोल जवाब नहीं सीगा कि फाइन क्यों, कहंदे लगना लैना लो, नहीं लैना होर औखे हो गए। सर मैनूं कोई एक मिनिस्टर कोई एक पॉलिटिशियन दस दो जिन्हों किसी चीज़ की कमी है मेरी जनता नूं छड्ड के। सर मैं एक गल कहना, सरकार नूं सानूं गाइडलाइन दिओ, असीं उहदा पालन करांगे। असीं तुहाडे बगैर एक कदम नहीं पुੱਟ सकदे। ਪੰਜਾਬ ਦੇ ਵਿੱਚ ਵੱਧ ਰਹੇ ਕਰੋਨਾ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਹਿਲਾਂ ਨਾਈਟ ਕਰਫਿਊ ਜਿਹੜਾ ਸੀ ਕਿ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰੱਖਿਆ ਗਿਆ ਸੀ। ਉਸ ਦੀ ਟਾਈਮਿੰਗ ਜਿਹੜੀ ਉਹ ਚੇਂਜ ਕੀਤੀ ਗਈ ਹੈ। ਰਾਤ ਦੇ 8 ਵਜੇ ਤੋਂ ਲੈ ਕੇ ਤਾਂ ਸਵੇਰ ਦੇ 5 ਵਜੇ ਤੱਕ ਇਹ ਨਾਈਟ ਕਰਫਿਊ ਜਿਹੜਾ ਹੁਣ ਐਲਾਨਿਆ ਗਿਆ ਤੇ ਨਾਲ ਦੇ ਨਾਲ ਹੀ ਹੋਰ ਵੀ ਗਾਈਡਲਾਈਨਸ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਦੱਸ ਦਿੰਦੇ ਹਾਂ ਕਿ तमाम रेस्टोरेंट ਜਿਹੜੇ ਨੇ ਉਹ ਬੰਦ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਤੇ ਨਾਲ ਦੇ ਨਾਲ ਹੀ ਜਿਮ ਜਿਹੜੇ ਨੇ ਉਹ ਵੀ ਬੰਦ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਰੈਸਟੋਰੈਂਟ ਦੀ ਗੱਲ ਕਰੀਏ ਤਾਂ ਉਹਨਾਂ ਨੂੰ 50% ਜਿਹੜੀ ਹੈ ਛੂਟ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਰੈਸਟੋਰੈਂਟ ਦੇ ਜਿਹੜੇ ਮਾਲਕ ਨੇ ਉਹ ਰੈਸਟੋਰੈਂਟ ਜਿਹੜਾ ਖੋਲ੍ਹ ਨਹੀਂ ਸਕਦੇ, ਲੇਕਿਨ ਘਰਾਂ ਦੇ ਵਿੱਚ ਡਿਲੀਵਰੀ ਦੇ ਸਕਦੇ ਨੇ। ਲੇਕਿਨ ਇੱਕ ਵੱਡਾ ਸਵਾਲ ਕਿ ਠੇਕੇ ਖੁੱਲ੍ਹੇ ਨੇ ਔਰ ਜਿਮ ਬੰਦ ਨੇ। ਜਿੱਥੇ ਇੱਕ ਪਾਸੇ ਸਿਹਤ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ, ਦੂਸਰੇ ਪਾਸੇ ਅਗਰ ਗੱਲ ਕਰੀਏ ਐਲਕੋਹਲ ਦੀ ਤਾਂ ਐਲਕੋਹਲ ਸਿਹਤ ਬਣਾਉਂਦਾ ਨਹੀਂ, ਸਿਹਤ ਵਿਗਾੜਦਾ ਹੈ। ਲੇਕਿਨ ਜਿਮ ਦੀ ਗੱਲ ਕਰੀਏ ਤਾਂ ਜਿਮ ਜਿਹੜੇ ਵੀ ਵਿਅਕਤੀ ਜੁਆਇਨ ਕਰਦੇ ਨੇ, ਜਿਮ ਨੂੰ ਯੂਜ਼ ਕਰਦੇ ਨੇ, ਜਿਮ ਦੇ ਵਿੱਚ ਸਿਹਤ ਬਣਦੀ ਹੈ, ਉਹਨਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਤਾਂ ਦੂਸਰੇ ਪਾਸੇ ਠੇਕੇ ਅਜੇ ਵੀ ਖੁੱਲ੍ਹੇ ਨੇ। ਤੇ ਸਾਡੇ ਨਾਲ ਇਸ ਸਮੇਂ ਜਿਮ ਦੇ ਜਿਹੜੇ ਮਾਲਕ ਨੇ ਉਹ ਮੌਜੂਦ ਨੇ, ਅਨੁਪਮ ਜੀ। ਤਾਂ ਅਨੁਪਮ ਜੀ ਇੱਕ ਵੱਡਾ ਸਵਾਲ ਫਿਰ ਤੋਂ ਸਾਹਮਣੇ ਆਉਂਦਾ ਹੈ ਕਿ ਜਿਮ ਜਿਹੜੇ ਨੇ ਉਹ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਜਿਮ ਬੰਦ ਰੱਖੋ। ਤਾਂ ਦੂਸਰੇ ਪਾਸੇ ਇੱਕ ਵਿਲੱਖਣ ਤਸਵੀਰ ਸਾਹਮਣੇ ਆਈ ਕਿ ਅੱਜ ਦੀ ਡੇਟ ਦੇ ਵਿੱਚ ਵੀ ਠੇਕੇ ਖੁੱਲ੍ਹੇ ਹੋਏ ਨੇ। सर मैं पूछना चाहांगा कि साडा पुराना इतिहास सिविलाइजेशन चंगी ही कि अज की गल सही है? साडे दे बजुर्गों ने समझाया ही सेहत चंगी तद होई कसरत करोगे इम्यूनिटी ਵਧੇਗੀ। ਹੁਣ ਜਾਂ मैं कसरत करके पैग ला ਲਾਂ फिर इम्यूनिटी ਵਧੂਗੀ, ਉਹ ਘਰੇ ਬੈਠੇ पैग ਲਾਵਾਂ फिर मेरी ਵੱਜ ਜੂਗੀ। इस बारे मैं कन्फ्यूजड हाँ कि साडा फैसला सरकार लैंदी है, साडे लोकां लई अच्छा लैंदी है, पर किस बेस ਤੇ फैसला ਲੈਂਦੇ? ਮੈਡੀਕਲ ਸਾਇੰਸ ਦੇ बेस ਤੇ ਲਈ ਹੈ, ਕਿਹਦੇ बेस ਤੇ ਲਈ ਹੈ? ਪਰ ਫਿਰ ਵੀ ਵਿਤਕਰਾ ਕਿਉਂ ਇਸ ਤਰੀਕੇ ਦੇ ਨਾਲ ਕਿਉਂ? ਕਿਉਂਕਿ ਇਨਸਾਨੀਅਤ ਨੂੰ ਬਚਾਉਣ ਦੀ ਗੱਲ ਕੀਤੀ ਜਾਂਦੀ ਹੈ, ਲੇਕਿਨ ਇਸ ਤਰੀਕੇ ਦੇ ਨਾਲ ਇਹ ਤਾਂ ਲੱਗਦਾ ਨਹੀਂ ਕਿ ਇੱਕ ਪਾਸੇ ਜਿਮ ਜਿਹੜੀ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਦਾ ਹੈ, ਯਾਨੀ ਕਿ ਸਿਹਤ ਵਧਾਉਣ ਦਾ ਕੰਮ ਕਰਦਾ, ਦੂਸਰੇ ਬੰਨੇ ਜਿਮ ਬੰਦ ਕੀਤੇ ਜਾਂਦੇ ਨੇ, ਤੇ ਦੂਸਰੇ ਬੰਨੇ ਅਗਰ ਗੱਲ ਕਰੀਏ ਕਿ ਠੇਕਿਆਂ ਦੀ ਤਾਂ ਉਹ ਖੋਲ੍ਹ ਦਿੱਤੇ ਜਾਂਦੇ ਨੇ। ਸਰ ਠੇਕੇ ਖੋਲ੍ਹਣ 'ਤੇ ਸਰਕਾਰ ਨੇ ਕੀ ਸੋਚ ਕੇ ਖੋਲ੍ਹ ਲਏ? ਉਹ 24 ਘੰਟੇ ਖੁੱਲ੍ਹੇ ਆ, ਕਿਆ ਬਾਤ। क्यों खुले ने? मैनू यह जवाब दिओ। ठेके भी या तो सब कुछ बंद कर दो, डोर टू डोर सर्विस दिओ और सानू लगे साडे माँ प्यो जिंदा ने जिन्होंने सरकार कहा जाता है। कर दो सब कुछ बंद। घर बैठे हैं ही एक इंसान अगर मान लो 15-20 किलोमीटर दूर है, अगर उन्होंने कुछ हो गया कि वो को की सुविधा है अपने आप को बचाने वास्ते? नहीं हैगी। तुहाडी कुछ वैनस जिहड़ियां पूरे शहर को कवर अप नहीं कर सकदियां, और प्राइवेट हॉस्पिटल में फोन करने वेले इंसान की जान निकल जाती जे। पहला मेरी तो उदों ही निकल गई जदों इन्होंने कहा कि बंद हो गया जी। कौन मेरे बच्चों की फीस भरूगा? कौन मेरे नाल साथियों को तनख्वाह दूगा? कौन बिजली पानी टैक्स टुक्स कुछ भी नहीं घटिया पिछले साल। अज तक मैं अखां 'च गम छुपा के बैठा कि मेरे बच्चों की स्कूल की फीस नहीं जमा हुई, और प्राइवेट स्कूल तो ढा के सरकारी स्कूल 'ਚ आ गया जे मैं। ਪਹਿਲਾਂ ਜਦੋਂ ਕਰਫਿਊ ਲੱਗਿਆ ਸੀ ਤਾਂ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਕਿ ਜਿੰਨੇ ਵੀ ਲੋਨ ਵਗੈਰਾ ਚੱਲਦੇ ਨੇ ਉਹਨਾਂ ਦੀ EMI ਜਿਹੜੀ ਉਹ ਮਾਫ ਕੀਤੀ ਜਾਏਗੀ, ਲੇਕਿਨ ਅਜਿਹਾ ਹੋਇਆ ਨਹੀਂ।
ਤਾਂ ਲੋਕਾਂ ਨੂੰ ਪਹਿਲਾਂ ਵੀ ਇਹ ਕਠਿਨਾਈ ਦਾ ਜਿਹੜਾ ਸਾਹਮਣਾ ਕਰਨਾ ਪਿਆ ਸੀ। ਕੀ ਅਜਿਹਾ ਐਤਕੀ ਵੀ ਹੋਏਗਾ? ਸਰ ਜੀ ਸੁਣੋ ਮੇਰੀ ਗੱਲ ਧਿਆਨ ਨਾਲ, ਇਹ ਗੱਲਾਂ ਦੀ ਗੱਲਾਂ ਜੇ ਸਿਰਫ ਸਾਡੀ ਲੋਕਲ ਬਾਡੀਜ਼ ਨੇ ਜਿਹੜਾ ਟੈਕਸ ਲਗਾਇਆ ਸੀ ਨਾ ਇੱਕ ਛੋਟੀ ਦੁਕਾਨਦਾਰ ਦੇ ਉੱਤੇ, ਉਹ ਟੈਕਸ ਦੇ ਵੀ 10% ਫਾਈਨ ਲੱਗਾ ਜੇ, ਔਰ ਉਸ ਟੈਕਸ ਨੂੰ ਪੇ ਕਰਨ 22 ਮਾਰਚ ਨੂੰ ਲੱਗਾ ਸੀ। ਤੇ ਜੇ ਮੰਨ ਲਓ 22 ਮਾਰਚ 600 ਰੁਪਈਆ ਟੈਕਸ ਹੈ ਨਾ, ਤੇ ਉਹਦੇ 10% ਫਾਈਨ ਭਰ ਕੇ ਜਮ੍ਹਾਂ ਹੋਇਆ ਜੇ ਹਰ ਕਿਸੇ ਦਾ, ਉਹਦੇ ਬਗੈਰ ਨਹੀਂ ਜੇ ਹੋਇਆ। ਮੈਨੂੰ ਦੱਸੋ। ਔਰ ਉਹਨਾਂ ਕੋਲ ਜਵਾਬ ਨਹੀਂ ਸੀਗਾ ਕਿ ਫਾਈਨ ਕਿਉਂ, ਕਹਿੰਦੇ ਲੱਗਣਾ ਲੈਣਾ ਲਓ, ਨਹੀਂ ਲੈਣਾ ਹੋਰ ਔਖੇ ਹੋਗੇ। ਔਰ ਹੁਣ ਹੋਰ ਨਵਾਂ ਤਰੀਕਾ, ਅਗਰ ਤੁਸੀਂ ਇਹ ਮਾਰਚ ਦੇ ਵਿੱਚ ਟੈਕਸ ਨਹੀਂ ਉਤਾਰਿਆ, 1000 ਰੁਪਇਆ ਫਾਈਨ ਪਲੱਸ 100 ਰੁਪਏ ਰੋਜ਼ ਦੇ ਟੈਕਸ ਹੈਗਾ ਜੇ ਹੋਰ, ਔਰ ਕੰਮ ਇੱਧਰ ਬੰਦ ਹੈ। ਤਾਂ ਫਿਰ ਕੀ ਆਪਣਾ ਕੋਈ ਮੰਗ ਪੱਤਰ ਜਾਂ ਕਿਸ ਤਰੀਕੇ ਦੇ ਨਾਲ ਅਪੀਲ ਕੀਤੀ ਜਾਏਗੀ? ਕਿਸ ਤਰ੍ਹਾਂ ਸਰਕਾਰ ਨੂੰ ਦੱਸੋਗੇ ਕਿ ਕੋਈ ਦਮ ਦਾ ਜਿੰਨਾ ਵੀ ਤੁਹਾਡਾ ਰੋਜ਼ੀ ਰੋਟੀ ਹੈ ਸਾਰੀ ਇਸ ਤੋਂ ਚੱਲਦੀ ਹੈ? ਬਿਲਕੁਲ ਜੀ, ਮੈਂ ਤਾਂ ਇੱਥੇ ਹੀ ਜੀਂਦਾ ਵਾਂ। ਖਤਮ ਹੁਣ ਅਕਾਊਂਟ ਤੇ ਜ਼ੀਰੋ ਹੋ ਗਏ, ਘਰ 'ਚ ਰਾਸ਼ਨ ਹੈ ਨਹੀਂਗਾ, ਤੇ ਫਿਰ ਜਾਂ ਫਿਰ ਕਈਆਂ ਮਰ ਜੀਏ, ਉਤਰਾ ਹੀ ਮਰ ਜੀਏ ਯਾਰ, ਕਰੋਨਾ ਹੀ ਤਾਂ ਛੱਡੋ ਯਾਰ, ਉਤਰਾ ਹੀ ਮਰ ਗਏ। ਗੱਲ ਦਾ ਪਤਾ ਲੱਗਦਾ ਤੇ ਰਾਤ ਨੂੰ ਹਾਰਟ ਬੀਟ ਵੜ ਗਈ ਤੇ ਰਾਤੀ ਸੁੱਤੇ ਹੀ ਮਰ ਜਾਣਾ ਜੀ। ਇਹ ਕਰੋਨਾ ਦੀ ਅਗਰ ਗੱਲ ਕਰੀਏ ਤਾਂ ਕਰੋਨਾ ਵਾਇਰਸ ਦੀ ਦੂਸਰੀ ਲੇਅਰ ਦੱਸੀ ਜਾ ਰਹੀ ਹੈ। ਉਹ ਦੱਸੀ ਜਾ ਰਹੀ ਹੈ ਕਿ ਇਹ ਜਿਹੜੀ ਲੇਅਰ ਹੈ ਇਹ ਉਸ ਤੋਂ ਵੀ ਜ਼ਿਆਦਾ ਖਤਰਨਾਕ ਦੱਸੀ ਜਾ ਰਹੀ ਹੈ। ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਤਕਰੀਬਨ 300 ਤੋਂ ਵੱਧ ਜਿਹੜੇ ਮਾਮਲੇ ਨੇ ਖਾਲੀ ਅੰਮ੍ਰਿਤਸਰ ਦੇ ਵਿੱਚੋਂ ਹੀ ਆ ਰਹੇ ਨੇ। ਮੌਤਾਂ ਦਾ ਆંકੜੇ ਦੀ ਗੱਲ ਕਰ ਰਹੀਏ ਤਾਂ ਕਦੀ 4 ਤੋਂ ਕਦੀ 6 ਤੋਂ ਕਦੀ 8 ਜਿਹੜੇ ਮਾਮਲੇ ਨੇ, ਰੋਜ਼ਾਨਾ ਹੀ ਕਰੋਨਾ ਵਾਇਰਸ ਦੇ ਨਾਲ ਪੀੜਿਤ ਜਿਹੜੇ ਨੇ ਉਹਨਾਂ ਦੀ ਮੌਤ ਹੋ ਰਹੀ ਹੈ। ਤਾਂ ਇਹ ਆંકੜੇ ਵੀ ਜਿਹੜੇ ਨੇ ਡਰਾਵਣੇ ਆંકੜੇ। ਸਰ ਜੀ ਆંકੜਿਆਂ ਨੂੰ ਛੱਡੋ, ਚਿੰਤਾ ਤੇ ਚਿਤਾ 'ਚ ਬਿੰਦੀ ਦਾ ਫਰਕ ਹੈ। ਪਹਿਲਾਂ ਹੀ ਚਿੰਤਾ ਲਾਤੀ ਨਾਲ, ਰੋਟੀ ਖਾਣ ਨੂੰ ਤਾਂ ਹੈ ਨਹੀਂ, ਮਰਨਾ ਤੇ ਹੈ ਹੀ ਹੈ, ਤੈਅ ਹੀ ਹੈ। ਇੱਕ ਥੋੜ੍ਹੀ ਜਿਹੀ ਇੱਜ਼ਤ ਬਣੀ ਹੈ ਕਿ ਅਸੀਂ ਥੋੜ੍ਹੇ ਜਿਹੇ ਠੀਕ ਹਾਂ। ਇੱਜ਼ਤ ਕਾਹਦੀ ਹੈ? ਸਾਨੂੰ ਅੰਦਰੋਂ ਪਤਾ ਕੁਛ ਨਹੀਂ ਜੇਗਾ, ਕੁਛ ਨਹੀਂ ਜੇਗਾ। ਹੁਣ ਤੇ ਦਿੱਲੀ ਦੇ ਵਿੱਚ ਹਾਲਾਤ ਇਸ ਸਮੇਂ ਕਾਫੀ ਜਿਹੜੇ ਨੇ ਖਤਰਨਾਕ ਬੜੇ ਹੋਏ ਨੇ। ਤਾਂ ਦਿੱਲੀ ਦੇ ਵਿੱਚ ਆਕਸੀਜਨ ਤੱਕ ਦੀ ਜਿਹੜੀ ਕਮੀ ਆਈ, ਤਾਂ ਉੱਥੋਂ ਦੇ ਮੁੱਖ ਮੰਤਰੀ ਜਿਹੜੇ ਕੇਜਰੀਵਾਲ ਨੇ ਉਹਨਾਂ ਨੇ ਵੀ ਇਹ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਆਕਸੀਜਨ ਦੀ ਕਾਫੀ ਕਮੀ ਆ ਰਹੀ, ਬੈੱਡਸ ਉੱਥੇ ਹੈ ਨਹੀਂ ਹਸਪਤਾਲਾਂ ਦੇ ਵਿੱਚ। ਸਰ ਮੈਨੂੰ ਕੋਈ ਇੱਕ ਮਿਨਿਸਟਰ, ਕੋਈ ਇੱਕ ਪੋਲੀਟੀਸ਼ੀਅਨ ਦੱਸ ਦਿਓ ਜਿਹਨੂੰ ਕਿਸੇ ਚੀਜ਼ ਦੀ ਕਮੀ ਹੈ, ਮੇਰੀ ਜਨਤਾ ਨੂੰ ਛੱਡ ਕੇ। ਜੇ ਉਹਨਾਂ ਨੂੰ ਕਮੀ ਹੈ ਤਾਂ ਸਾਨੂੰ ਵੀ ਕਮੀ ਹੈਗੀ ਜੇ। ਮੈਨੂੰ ਰਿਕਾਰਡ ਦਿਖਾ ਦਿਓ, ਕੋਈ ਇੱਕ ਆਫਿਸਰ ਦੱਸ ਦਿਓ ਜਿਹੜਾ ਅੱਛੇ ਲੈਵਲ 'ਤੇ ਹੈ। ਉਹਨਾਂ ਨੂੰ ਕੋਈ ਕਮੀ ਅਗਰ ਹੈ ਤਾਂ ਵਾਕਈ ਹੀ ਜਨਤਾ ਪਰੇਸ਼ਾਨ ਹੋ ਸਕਦੀ ਹੈ। ਅਗਰ ਉਹਨਾਂ ਨੂੰ ਕਮੀ ਜਿਸ ਦਿਨ ਲੱਗੇਗੀ ਉਸ ਦਿਨ ਮੇਰਾ ਦੁੱਖ ਪਲੱਸ ਮੇਰੇ ਸਾਰੇ ਭਰਾਵਾਂ ਦਾ ਦੁੱਖ ਨਜ਼ਰ ਆਊਗਾ। ਵਰਨਾ ਅੱਖਾਂ 'ਚੋਂ ਅੱਥਰੂ ਨਿਕਲਣੇ ਰਹਿ ਗਏ ਜੇ, ਸੁੱਕ ਗਏ ਜੇ ਅੰਦਰੋਂ ਅੰਦਰ ਹੀ ਸਾਲ ਦੇ ਵਿੱਚ। ਹੁਣ ਤਾਂ ਸਮਝੋ ਇਹ ਹੈ ਕਿ ਮਰ ਜਾਈਏ ਨਾ, ਸਾਡੀ ਤਾਂ ਸਿਰਫ ਗੱਲ ਤੁਸੀਂ ਪਹੁੰਚਾ ਸਕਦੇ ਹੋ, ਵਰਨਾ ਸਾਨੂੰ ਤਾਂ ਪੁੱਛਣ ਵੀ ਕੋਈ ਨਹੀਂ ਜੀ ਆਉਂਦਾ। ਕੌਣ ਗੱਲ ਕਰੀਏ ਸਰ ਅਗਰ ਰੈਸਟੋਰੈਂਟ ਦੀ, ਸਰ ਰੈਸਟੋਰੈਂਟਸ ਨੂੰ ਜਿਹੜੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਕਿ ਰੈਸਟੋਰੈਂਟ ਬੰਦ ਰਹਿਣਗੇ, ਲੇਕਿਨ ਉਹ ਘਰਾਂ ਦੇ ਵਿੱਚ ਡਿਲੀਵਰੀ ਦੇ ਸਕਦੇ ਨੇ। ਉਹਨਾਂ ਨੂੰ ਇੰਨੀ ਕੁ ਛੂਟ ਜਿਹੜੀ ਉਹ ਦੇ ਦਿੱਤੀ ਚਾਹੀਦੀ ਹੈ ਕਿ ਲੱਗਦਾ ਨਹੀਂ ਕਿ ਸਰ ਜਿਮ ਵਾਲਿਆਂ ਨੂੰ ਵੀ ਜਿਹੜੀ ਛੂਟ ਦਿੱਤੀ ਜਾਣੀ ਚਾਹੀਦੀ। ਸਰ ਮੈਂ ਇੱਕ ਗੱਲ ਕਹਿਣਾ ਸਰਕਾਰ ਨੂੰ, ਸਾਨੂੰ ਗਾਈਡਲਾਈਨ ਦਿਓ, ਅਸੀਂ ਉਹਦਾ ਪਾਲਣ ਕਰਾਂਗੇ। ਅਸੀਂ ਤੁਹਾਡੇ ਬਗੈਰ ਇੱਕ ਕਦਮ ਨਹੀਂ ਪੁੱਟ ਸਕਦੇ। ਸਾਨੂੰ ਇੰਸਟਰਕਸ਼ਨਸ ਦਿਓ ਤਾਂ ਕਿ ਅਸੀਂ ਤੁਹਾਡੇ ਇੱਕ ਚੰਗੇ ਕੰਮ ਕਰਨ ਦੇ ਵਿੱਚ ਮਦਦ ਕਰ ਸਕੀਏ। ਠੀਕ ਹੈ, ਅਸੀਂ ਫੋਲੋ ਕਰਾਂਗੇ ਸਾਰੇ, ਇਹ ਸਾਡਾ ਵਾਅਦਾ ਰਿਹਾ। ਠੀਕ ਹੈ, ਬਿਨਾਂ ਫੋਲੋ ਦੇ ਅਸੀਂ ਨਹੀਂ। ਪੂਰਾ ਡਾਟਾ ਬਣਾਵਾਂਗੇ, ਪ੍ਰੋਪਰ ਮਾਸਕ, ਹਰ ਕਿਸੇ ਦਾ ਟੈਂਪਰੇਚਰ ਨੋਟ IFR ਮੀਟਰ ਦੇ ਨਾਲ ਕਰਾਂਗੇ। ਠੀਕ ਹੈ ਨਾ, ਔਰ ਜੋ ਆਈਸੋਲੇਸ਼ਨ ਡਿਸਟੈਂਸ ਉਹਨੂੰ ਮੇਨਟੇਨ ਕਰਾਂਗੇ। ਸਾਡਾ ਰਿਕਾਰਡ ਕਦੀ ਵੀ ਚੈੱਕ ਕੀਤਾ ਜਾ ਸਕਦਾ, ਅਸੀਂ ਤੁਹਾਨੂੰ ਉਸ ਚੀਜ਼ ਨੂੰ ਦਿਆਂਗੇ। ਕੀ ਆਪਣੀ ਜਿਹੜੀ ਹੁਣ ਗੱਲ ਹੈਗੀ ਹੈ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹਨਾਂ ਨੂੰ ਕੀਤੀ ਜਾਏਗੀ, ਕੀ ਉਹਨਾਂ ਨੂੰ ਇੱਕ ਕੋਈ ਮੰਗ ਪੱਤਰ ਦਿੱਤਾ ਜਾਏਗਾ ਜਾਂ ਆਪਣੇ ਜਿਮ ਖੁਲਵਾਉਣ ਦੇ ਲਈ ਕੋਈ ਅਪੀਲ ਕੀਤੀ ਜਾਏਗੀ? ਮੈਂ ਇੱਕ ਐਸੋਸੀਏਸ਼ਨ, ਇੱਕ ਸਪੋਰਟਸ ਪਰਸਨ ਜਿਹੜੇ ਨੇ ਕਹਿੰਦੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਮੈਂ ਰਿਕੁਐਸਟ ਕਰਾਂਗਾ ਜਿੰਨੇ ਵੀ ਜਿਮ ਓਨਰਸ ਨੇ, ਅਸੀਂ ਲੈਟਸ ਗੈਟ ਟੂਗੈਦਰ, ਲੈਟਸ ਮੇਕ ਏ ਗਰੁੱਪ ਔਰ ਮੇਕ ਏ ਯੂਨੀਅਨ ਟੂ ਪ੍ਰੈਜ਼ੈਂਟ ਆਵਰ ਡਿਮਾਂਡ so that it will be able all of us to maintain a healthy environment and it will help us to make our bread and butter in a bad condition. ਮੈਨੂੰ ਲੱਗਦਾ ਹੈ ਕਿ ਜਿਹੜੇ ਜਿਮ ਨੇ, ਜਿਮ ਦੇ ਵਿੱਚ ਅਗਰ ਸਟੂਡੈਂਟਸ ਆਉਂਦੇ ਨੇ, ਅਗਰ ਉਹ ਜਿਮ ਜੁਆਇਨ ਕਰਦੇ ਨੇ, ਕਿ ਉਹਨਾਂ ਨੂੰ ਕਰੋਨਾ ਵਾਇਰਸ ਦਾ ਜਿਹੜਾ ਖਤਰਾ ਹੈ ਉਹ ਨਹੀਂ ਹੋਏਗਾ? ਸਰ ਇਮਿਊਨਿਟੀ ਸਟਰੋਂਗ ਹੁੰਦੀ ਹੈ। ਇਹ ਮੈਡੀਕਲ ਸਾਇੰਸ, ਆਈ ਐਮ ਆਲਸੋ ਏ ਪ੍ਰੋਫੈਸਰ, I have done doctorate on this, right? So as per my experience ਕਿ ਐਕਸਰਸਾਈਜ਼ ਨਾਲ ਬਲੱਡ ਸਰਕੂਲੇਸ਼ਨ ਇੰਪਰੂਵ ਹੁੰਦੀ ਹੈ, ਇਮਿਊਨਿਟੀ ਸਟਰੋਂਗ ਹੁੰਦੀ ਹੈ, ਤੁਹਾਡੇ ਮਸਲ ਸਟਰੋਂਗਸ ਹੁੰਦੇ ਨੇ, ਤੁਸੀਂ ਡਾਈਟ ਹੈਲਦੀ ਲੈਂਦੇ ਹੋ। ਠੀਕ ਹੈ, ਔਰ ਹਰ ਪਾਰਟ ਜਿਹੜਾ ਬਾਡੀ ਦਾ ਹੈ ਉਹ ਇੱਕ ਰਿਵਾਈਵ ਹੋ ਜਾਂਦਾ ਉਸ ਚੀਜ਼ ਦਾ ਮੁਕਾਬਲਾ ਕਰਨ ਵਾਸਤੇ। ਅਸੀਂ ਜਦੋਂ ਪੈਦਾ ਹੁੰਦੇ ਹਾਂ ਨਾ, ਪੈਦਾ ਹੁੰਦੇ ਸਾਡੇ ਮਦਰ ਬੱਚੇ ਦੇ ਹੱਥ ਪੈਰ ਦੀ ਮੂਵਮੈਂਟ ਦਿੰਦੀ ਹੈ ਵੀ ਇਹਦੇ ਹੱਥ ਪੈਰ ਸਹੀ ਚੱਲਣ, ਉਹਨੂੰ ਚਲਾਉਂਦੀ ਹੈ ਬਿਸਤਰੇ 'ਤੇ ਲੰਮੇ ਪਏ। ਦੈਟ ਇਜ਼ ਆਲਸੋ ਐਕਸਰਸਾਈਜ਼। ਖੇਡਣਾ ਇੱਕ ਐਕਸਰਸਾਈਜ਼ ਹੈ, ਚੱਲਣਾ ਇੱਕ ਐਕਸਰਸਾਈਜ਼ ਹੈ। ਠੀਕ ਹੈ, ਉਸ ਚੀਜ਼ ਦੇ ਲਈ
ਤੁਸੀਂ ਫੈਸਲਾ ਕਰਕੇ ਦੇਖ ਲਓ ਸਰ ਕਿ ਕੀ ਅਸੀਂ ਬਿਨਾਂ ਕਸਰਤ ਦੇ, ਸਾਨੂੰ ਭੁੱਖ ਲੱਗਣੀ ਪ੍ਰੋਪਰ ਨਹੀਂ ਜੇ ਰਹਿੰਦੀ। ਸਾਡੇ ਦੇ ਵਿੱਚ ਕਾਫੀ ਲੋਕਾਂ ਨੇ ਇੱਕ ਸਵਾਲ ਚੁੱਕਿਆ ਸੀ ਕਿ ਕਰੋਨਾ ਵਾਇਰਸ ਜਿਹੜਾ ਹੈ ਰੈਲੀਆਂ ਦੇ ਵਿੱਚ ਨਹੀਂ ਜਾਂਦਾ, ਬਾਕੀ ਹਰ ਜਗ੍ਹਾ ਤੇ ਜਾਂਦਾ ਹੈ। ਤਾਂ ਉਸ ਤੋਂ ਬਾਅਦ ਇੱਕ ਗੱਲ ਸਾਹਮਣੇ ਆਈ ਸੀ ਕਿ ਪੰਜਾਬ ਸਰਕਾਰ ਜਿਹੜੀ ਹੈ ਉਸਨੇ ਇੱਕ ਇਹ ਵੀ ਗਾਈਡਲਾਈਨ ਜਾਰੀ ਕੀਤੀ ਕਿ ਸੀ ਰੈਲੀਆਂ ਜਿਹੜੀਆਂ ਹੁਣ ਨਹੀਂ ਹੋਣਗੀਆਂ, ਉਹਨਾਂ ਤੇ ਵੀ ਪਾਬੰਦੀ ਜਿਹੜੀ ਉਹ ਲਗਾ ਦਿੱਤੀ ਗਈ ਹੈ। ਘਾਤਕ ਹੈ, ਕਰੋਨਾ ਵਾਇਰਸ ਦੀ ਦੂਸਰੀ ਲਹਿਰ ਹੈ, ਲੇਕਿਨ ਦੂਸਰੇ ਪਾਸੇ ਅਪੀਲ ਹੋਣੀ ਚਾਹੀਦੀ ਹੈ ਕਿ ਜਿਮ ਜਿਹੜੇ ਖੋਲ੍ਹੇ ਜਾਣ। ਕਿਸ ਤਰ੍ਹਾਂ ਅਪੀਲ ਕਰਨੀ ਚਾਹੋਗੇ DC ਸਾਹਿਬ ਜਿਹੜੇ ਨੇ ਅੰਮ੍ਰਿਤਸਰ ਦੇ, ਕਿ ਉਹਨਾਂ ਨੂੰ ਅਪੀਲ ਤੁਹਾਡੇ ਵੱਲੋਂ ਹੋਏਗੀ ਜਾਂ ਨਹੀਂ ਹੋਏਗੀ? ਹਜੇ ਤੱਕ ਤੇ ਨਹੀਂ ਹੋਈ ਹੈ। ਹਾਂ, ਮੇਰੇ ਖਿਆਲ ਹੈ ਇੰਨੇ ਹਾਇਰ ਅਥਾਰਟੀਜ਼ ਦੇ ਆਫੀਸਰ ਨੇ, ਦੇ ਨੋ ਵੈਰੀ ਵੈਲ ਸਮਟਾਈਮਸ ਵਾਟ ਹੈਪਨਸ, ਉਹਨਾਂ ਦੇ ਬਿਜ਼ੀ ਸ਼ਡਿਊਲ ਕਿ ਬਿਨਾਂ ਕੁਛ ਮੰਗਿਆ ਨਹੀਂ ਮਿਲਦਾ। ਹਾਂ ਰਾਈਟ, ਬਿਨਾਂ ਰੋਏ ਤੇ ਮਾਂ ਵੀ ਦੁੱਧ ਨਹੀਂ ਜੇ ਦਿੰਦੀ। ਸਾਨੂੰ ਵੀ ਰੋਣਾ ਪੈਣਾ ਉਹਨਾਂ ਅੱਗੇ ਜਾ ਕੇ, ਸਾਨੂੰ ਰਿਕੁਐਸਟ ਕਰਨੀ ਪੈਣੀ ਹੈ ਕਿ ਸਰ ਪਲੀਜ਼ ਸਾਡੇ ਵੱਲ ਵੀ ਧਿਆਨ ਦਿਓ। ਵੀ ਆਰ ਦਾ ਪ੍ਰਾਈਵੇਟ ਪੀਪਲਸ, ਵੀ ਆਰ ਗੈਟਿੰਗ ਬ੍ਰੈਡ ਐਂਡ ਬਟਰ ਡੇ ਬਾਈ ਡੇ ਹਾਰਡ ਵਰਕ, ਨਾਟ ਬਾਈ ਦਾ ਏ ਸੈਲਰੀ। ਕਿਉਂਕਿ ਸਾਡੇ ਚੈਨਲ ਨੇ ਵੀ ਇੱਕ ਸਰਵੇ ਕੀਤਾ ਸੀ ਕਿ ਰਾਤ ਦੇ 11 ਵਜੇ ਤੱਕ ਜਿਹੜੇ ਨੇ ਠੇਕੇ ਖੁੱਲ੍ਹੇ ਰਹਿੰਦੇ ਨੇ, ਲੇਕਿਨ ਦੂਸਰੇ ਪਾਸੇ ਅਗਰ ਜਿਮ ਖੁੱਲ੍ਹਦਾ ਹੈ ਤਾਂ ਉਸ ਦੇ ਉੱਤੇ ਇਹ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਡਾ ਚਲਾਨ ਵੀ ਕੱਟਿਆ ਜਾਏਗਾ, ਤਾਂ ਤੁਹਾਡੇ 'ਤੇ ਪਾਬੰਦੀ ਵੀ ਜਿਹੜੀ ਉਹ ਪੂਰਨ ਤਰੀਕੇ ਦੇ ਨਾਲ ਲਗਾ ਦਿੱਤੀ ਜਾਏਗੀ। ਕਿ ਠੇਕੇ ਜਿਹੜੇ ਨੇ ਸ਼ਰੇਆਮ ਖੁੱਲ੍ਹਦੇ ਨੇ, ਜਿਮ ਕਿਉਂ ਨਹੀਂ ਖੁੱਲ੍ਹ ਸਕਦੇ? ਸਰ ਮੇਰੇ ਹਿਸਾਬ ਨਾਲ ਤੇ ਖੁੱਲ੍ਹਣੇ, ਤੁਹਾਡੇ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਹੈ ਸਰ। ਜਵਾਬ ਇਹ ਹੈ ਕਿ ਅਗਰ ਉਹ ਚੀਜ਼ ਸ਼ਰੇਆਮ ਖੁੱਲ੍ਹ ਰਹੀ ਹੈ, ਔਰ ਉਸ ਤੋਂ ਬਾਅਦ ਮੈਨੂੰ ਇੱਕ ਗੱਲ ਦੱਸ ਦਿਓ ਤੁਸੀਂ, ਚਲੋ ਲੈਟਸ ਡੂ ਏ ਪ੍ਰੈਕਟੀਕਲ ਐਗਜ਼ਾਮ। ਇੱਕ ਇਨਸਾਨ ਨੂੰ ਤੁਸੀਂ 100 ਡੰਡ ਬੈਠਕਾਂ ਲਵਾ ਕੇ ਸਿੱਧਾ ਖੜਾ ਕਰ ਲਓ, ਔਰ ਇੱਕ ਬੰਦੇ ਨੂੰ ਇੱਕ ਬੋਤਲ ਪਿਆ ਕੇ ਸਿੱਧਾ ਖੜਾ ਕਰ ਲਓ, ਦੋਵੇਂ ਦੌੜ ਲਵਾ ਲਓ, ਕਿਹੜੇ ਸਹੀ ਨੇ? ਕਿਹੜੀ ਥੋੜ੍ਹੀ ਦੇਰ ਬਾਅਦ ਖੜਾ ਰਹੇਗਾ ਮਾੜੇ ਕੰਡੀਸ਼ਨਾਂ ਦੇ ਵਿੱਚ? ਸ਼ਰਾਬ ਦੀ ਇੱਕ ਬੋਤਲ ਪੀ ਕੇ ਇਨਸਾਨ ਨਾਲੀ 'ਚ ਲੰਮੇ ਪੈ ਜਾਂਦਾ। ਕੀ ਐਕਸਰਸਾਈਜ਼ ਕਰਨ ਤੋਂ ਬਾਅਦ ਇਨਸਾਨ ਨਾਲੀ 'ਚ ਲੰਮੇ ਪੈਂਦਾ, ਔਰ ਖਾਣ ਵੇਲੇ, ਸਾਹ ਲੈਣ ਵੇਲੇ, ਪਾਣ ਵੇਲੇ ਔਰ ਨਹਾਉਣ ਵੇਲੇ ਸਰੀਰ ਦੀ ਹਰ ਚੀਜ਼ ਨੂੰ ਉਹ ਪਹਿਲਾਂ ਸੋਚਦਾ ਹੈ ਕਿ ਯਾਰ ਮੈਂ ਇਹ ਚੀਜ਼ ਮੇਰੇ ਸਰੀਰ ਨੂੰ ਨੁਕਸਾਨ ਕਰੇਗੀ, ਮੈਂ ਕੰਮ ਨਹੀਂ ਕਰਨਾ। ਤਾਂ ਫਿਰ ਕਿਉਂ ਠੇਕੇ ਨੂੰ ਪ੍ਰੈਫਰੈਂਸ ਦਿੱਤਾ ਜੀ? ਸਰ ਇਹਦੇ 'ਚ ਤਾਂ ਕੁਝ ਚੀਜ਼ਾਂ ਇਹੋ ਜਿਹੀਆਂ ਨੇ, ਸਾਡੀ ਅਥਾਰਟੀ ਫੈਸਲਾ ਲੈਣ ਵੇਲੇ ਇਹ ਤਾਂ ਸੋਚ ਲੈਣ ਕਿ ਕੀ ਇਹ ਚੀਜ਼ ਸਾਡੇ ਆਪਣੇ ਲਈ ਫਾਇਦੇਮੰਦ ਹੈ। ਜੇ ਪਰਸਨਲੀ ਇਟ ਇਜ਼ ਬੈਨੀਫਿਟ ਓਨਲੀ ਇਨ ਟਰਮਸ ਆਫ ਫਾਈਨੈਂਸ। ਅਗਰ ਇਹ ਗੱਲ ਨੂੰ ਸਿਰਫ ਪੈਸੇ ਨੂੰ ਲੈ ਕੇ ਅਗਰ ਕਿਹਾ ਜਾ ਰਿਹਾ ਕਿ ਠੇਕੇ ਖੁੱਲ੍ਹੇ ਨੇ ਤੇ ਤੁਹਾਡੇ ਲਈ ਚੰਗੇ ਨੇ, ਇਨ ਵਾਟ ਪਰਪਜ਼? ਓਨਲੀ ਇਨ ਟਰਮ ਆਫ ਫਾਈਨੈਂਸ, ਪੈਸੇ ਕਰਕੇ? ਤੇ ਫਿਰ ਸਾਨੂੰ ਵੀ ਤਾਂ ਪੈਸਾ ਦਿਓ ਨਾ, ਕਮਾਉਣ ਦਾ ਤਰੀਕਾ ਸਾਡੇ ਵੀ ਤਾਂ ਖਰਚਿਆਂ ਵਾਸਤੇ ਚੁੱਕੋ ਨਾ। ਕਿ ਜਿਮ ਤੋਂ ਰੈਵਨਿਊ ਨਹੀਂ ਜਾਂਦਾ ਸਰ? ਜਿਮ ਤੋਂ ਰੈਵਨਿਊ ਜਾਂਦਾ ਕਿਉਂ ਨਹੀਂ ਹੈ? ਜਾਂਦਾ, ਰੈਵਨਿਊ ਕਿਉਂ ਨਹੀਂ ਜਾਂਦਾ? ਇੱਕ ਮੇਰੀ ਗੱਲ ਨਹੀਂ, ਜਿਮ ਖੋਲ੍ਹਣ ਵਾਸਤੇ ਕੀ ਇੱਕ ਇਨਸਾਨ ਨੂੰ ਪਹਿਲਾਂ ਪ੍ਰੋਫੈਸ਼ਨਲ ਟ੍ਰੇਨਿੰਗ ਲੈਣੀ ਪੈਂਦੀ ਹੈ। ਆਈ ਹੈਵ ਡਨ ਕੋਰਸਿਸ, ਸਾਡੀ ਯੂਨੀਵਰਸਿਟੀਜ਼ ਕੋਰਸਿਸ ਪੜ੍ਹਾਉਂਦੀਆਂ ਨੇ, ਜਿਹਨੂੰ BPEd ਵੀ ਕਹਿੰਦੇ ਨੇ, MPEd ਵੀ ਕਹਿੰਦੇ ਨੇ, ਠੀਕ ਹੈ। 3-3 4-4 ਸਾਲ ਦੀ ਪੜ੍ਹਾਈ ਹੁੰਦੀ ਹੈ, ਉਹ 'ਚ ਸਭ ਕੁਛ ਹੈ। ਔਰ ਹੋਰ ਕੁਛ ਨਹੀਂ, ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਪਲੇਅਰਸ ਉਸ ਚੀਜ਼ ਤੋਂ ਸਿੱਖਦੇ ਨੇ। ਜਦੋਂ ਸਿੱਖਦੇ ਨੇ ਤੇ ਆਟੋਮੈਟਿਕ ਇੱਕ ਪੜ੍ਹਿਆ ਲਿਖਿਆ ਇਨਸਾਨ ਕੰਮ ਕਰ ਰਿਹਾ ਹੈ। ਜਦੋਂ ਸਿੱਖ ਰਹੇ ਨੇ ਤਾਂ ਔਰ ਆਟੋਮੈਟਿਕ ਫਾਇਦਾ ਵੀ ਹੁੰਦਾ ਹੈ। ਕੀ ਲੱਗਦਾ ਤੁਹਾਡੀ ਅਪੀਲ ਦੇ ਉੱਤੇ ਜਿਮ ਖੋਲ੍ਹਣ ਦੀ ਜਿਹੜੀ ਉਹ ਇਜਾਜ਼ਤ ਦਿੱਤੀ ਜਾਏਗੀ? ਆਈ ਹੋਪ ਸੋ। ਸਾਡੇ ਜਿਹੜੇ ਆਫੀਸਰਸ ਨੇ, ਸਾਡੀ ਅੰਮ੍ਰਿਤਸਰ ਦੀ ਐਡਮਿਨਿਸਟ੍ਰੇਸ਼ਨਸ ਨੇ, ਇਹ ਦੇ ਆਰ ਵੈਰੀ ਵੈਲ, ਠੀਕ ਹੈ। ਉਹ ਸਾਡੇ ਜੋ ਵੀ ਆਫੀਸਰਸ ਨੇ, ਦੇ ਵਿਲ ਪਲੀਜ਼, ਵੀ ਰਿਕੁਐਸਟ ਆਲ ਆਫ ਅਸ ਟੂ ਯੂ ਸਰ ਜੀ, ਪਲੀਜ਼ ਧਿਆਨ ਦਿਓ, ਵਰਨਾ ਬੜਾ ਔਖਾ ਹੋ ਗਿਆ ਜੀ, ਹੁਣ ਸਾਹ ਲੈਣਾ ਔਖਾ ਹੋ ਗਿਆ ਜੀ। ਜਿਸ ਤਰੀਕੇ ਦੇ ਨਾਲ ਅਸੀਂ ਅਨੁਪਮ ਜੀ ਦੇ ਨਾਲ ਗੱਲ ਕੀਤੀ ਹੈ, ਜਿਮ ਦੇ ਮਾਲਕ ਨੇ, ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਰੈਸਟੋਰੈਂਟਸ ਜਿੰਨੇ ਨੇ ਉਹਨਾਂ ਨੂੰ ਅਗਰ 50% ਦੀ ਛੂਟ ਦਿੱਤੀ ਗਈ, ਉਹਨਾਂ ਨੂੰ ਇਹ ਛੂਟ ਦਿੱਤੀ ਗਈ ਕਿ ਘਰਾਂ ਦੇ ਵਿੱਚ ਤੁਸੀਂ ਜਾ ਕੇ ਡਿਲੀਵਰੀ ਦੇ ਸਕਦੇ ਹੋ, ਉੱਥੇ ਹੀ ਜਿਮ ਨੂੰ ਵੀ ਛੂਟ ਦਿੱਤੀ ਜਾਣੀ ਚਾਹੀਦੀ ਹੈ। ਕਿਉਂਕਿ ਅਗਰ ਗੱਲ ਕਰੀਏ ਇਮਿਊਨਿਟੀ ਸਿਸਟਮ ਦੀ, ਤਾਂ ਇੱਕ ਪਾਸੇ ਜਿਮ ਨੇ ਜਿਹੜੇ ਕਿ ਵਿਅਕਤੀ ਨੂੰ ਸਟਰੋਂਗ ਕਰਦੇ ਨੇ, ਤਾਂ ਦੂਸਰੇ ਪਾਸੇ ਅਲਕੋਹਲ ਹੈ ਜਿਹੜੀ ਵਿਅਕਤੀ ਨੂੰ ਡਾਊਨ ਕਰਦੀ ਹੈ, ਯਾਨੀ ਕਿ ਉਹਦੀ ਸਿਹਤ ਜਿਹੜੀ ਹੈ ਵਿਗਾੜਦੀ ਹੈ। ਤਾਂ ਇਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜਿਹੜੀ ਉਹਨਾਂ ਦੀ ਸਾਰ ਲੈਣ, ਔਰ ਦੂਸਰੇ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਉਹ ਵੀ ਇਹਨਾਂ ਦੀ ਸਾਰ ਲੈਣ। ਤਾਂ ਜਿਮ ਜਿਹੜੇ ਨੇ ਖੋਲ੍ਹਣ ਦੀ ਅਪੀਲ ਕੀਤੀ ਜਾਵੇ, ਤਾਂ ਜੋ ਇਹਨਾਂ ਦੇ ਘਰ ਦੇ ਵਿੱਚ ਵੀ ਰਸ਼ ਨਾ ਸਕੇ। ਵੀਡੀਓ ਜਰਨਲਿਸਟ ਮਨੋਜ ਭਗਤ ਨਾਲ ਵਿਸ਼ਾਲ ਸ਼ਰਮਾ, ਲਾਈਵ ਭਾਰਤ, ਅੰਮ੍ਰਿਤਸਰ।